हेलो स्टूडेंट्स, गुड मॉर्निंग। स्टूडेंट्स कल ਆਪਾਂ टाइप्स ऑफ ऑपरेटिंग सिस्टम कर रहे सी ते जो मतलब टाइम शेयरिंग सिस्टम सी वो डिस्कस कर रहे सी हो गया सी वैसे ਤਾਂ ਕੁਝ ਪੁਆਇੰਟਸ ਇਹਦੇ ਰਹਿੰਦੇ ਸੀਗੇ। ਤਾਂ ਟਾਈਮ ਸ਼ੇਅਰਿੰਗ ਸਿਸਟਮ ਵਿੱਚ ਇਹ ਕੀਤਾ ਸੀ ਕਿ ਜਦੋਂ ਅਸੀਂ ਮੋਰ ਦੈਨ ਆਪਣੇ ਕੋਲੇ ਬਹੁਤ ਸਾਰੇ ਯੂਜ਼ਰਸ ਨੇ ਮਤਲਬ ਉਹਨਾਂ ਯੂਜ਼ਰਸ ਨੂੰ ਅਸੀਂ CPU ਦਾ ਟਾਈਮ ਡਿਵਾਈਡ ਕਰ ਲੈਂਦੇ ਹਾਂ। ਉਸ ਟਾਈਮ ਦੇ ਵਿੱਚ ਉਹਨਾਂ ਨੇ ਜੋ ਉਹਨਾਂ ਦੀ ਟਾਸਕ ਹੁੰਦੇ ਆ ਫਿਰ ਜੌਬ ਹੁੰਦੀ ਆ ਉਹਨਾਂ ਨੇ ਪਰਫਾਰਮ ਕਰਨਾ ਹੁੰਦਾ ਹੈ ਕਿਸੇ ਸਕੈਜੂਅਲ ਬੇਸਿਸ ਦੇ ਉੱਪਰ ਮਤਲਬ ਇੱਕ ਟਾਈਮ ਸਲੋਟ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਅਸੀਂ ਟਾਈਮ ਸਲਾਈਸ ਵੀ ਬੋਲ ਦਿੰਦੇ ਹੁੰਦੇ ਆ, ਟਾਈਮ ਸਲੋਟ ਵੀ ਬੋਲ ਦਿੰਦੇ ਆ, ਕੁਆਂਟਮ ਵੀ ਬੋਲ ਦਿੰਦੇ ਆ। ਉਸ ਟਾਈਮ ਦੇ ਵਿੱਚ ਹੀ ਉਹਨਾਂ ਨੇ ਆਪਣਾ ਟਾਸਕ ਪਰਫਾਰਮ ਕਰਨਾ ਹੁੰਦਾ। ਜਦੋਂ ਮਤਲਬ ਟਾਈਮ ਐਕਸਪਾਇਰ ਹੋ ਜਾਂਦਾ ਤਾਂ ਮਤਲਬ CPU ਦਾ ਟਾਈਮ ਉਹਨਾਂ ਤੋਂ ਵਾਪਸ ਲੈ ਕੇ ਦੂਸਰੇ ਮਤਲਬ ਪ੍ਰੋਗਰਾਮ ਜਾਂ ਕਿਸੇ ਹੋਰ ਯੂਜ਼ਰ ਨੂੰ ਦੇ ਦਿੱਤਾ ਜਾਂਦਾ ਤਾਂ ਜੋ ਆਪਣਾ ਟਾਸਕ ਪਰਫਾਰਮ ਕਰ ਸਕਣ। ਤਾਂ ਇਹਦੇ ਵਿੱਚ ਰਾਹੀਂ ਆਪਾਂ ਸਟੇਟਸ ਕੀਤੀਆਂ ਸੀਗੀਆਂ ਉਹਨਾਂ ਦੀਆਂ ਮਤਲਬ ਜੇ ਕੋਈ ਆਪਣੇ ਕੋਲੇ ਟਾਸਕ ਹੈ ਤਾਂ ਮਤਲਬ ਤਾਂ ਉਹਦੀ ਕੀ ਉਹ ਕਿਹੜੇ ਸਟੇਟ ਦੇ ਵਿੱਚ ਜਾ ਸਕਦੇ ਆ ਟਾਈਮ ਸ਼ੇਅਰਿੰਗ ਦੇ ਵਿੱਚ। ਤਾਂ ਇੱਕ ਰਨਿੰਗ ਸੀ ਜਿਹੜੀ ਮਤਲਬ ਲੇਟੈਸਟ ਜੋ ਆਪਣੇ ਕੋਲੇ ਜੋਬ ਹੁੰਦੀ ਹੈ ਜਾਂ ਟਾਸਕ ਹੁੰਦਾ ਉਹ ਜੋ ਲੇਟੈਸਟ ਰਨ ਹੋ ਰਿਹਾ ਹੁੰਦਾ ਮਤਲਬ ਐਗਜ਼ੀਕਿਊਟ ਹੋ ਰਿਹਾ ਹੁੰਦਾ ਕਨਕਰੈਂਟਲੀ ਤਾਂ ਉਹਨੂੰ ਕੀ ਬੋਲਦੇ ਜਿਹਦੇ ਕੋਲ ਜਾਂ ਫਿਰ CPU ਦਾ ਕੰਟਰੋਲ ਅਸਲ ਦੇ ਵਿੱਚ ਉਸ ਟਾਈਮ ਹੈ ਉਸਨੂੰ ਕੀ ਬੋਲਦੇ ਆ ਰਨਿੰਗ ਬੋਲਦੇ ਆ। ਓਨਲੀ ਵਨ ਯੂਜ਼ਰ ਵਿਲ ਬੀ ਐਕਟਿਵ ਐਟ ਵਨ ਟਾਈਮ, ਇੱਕ ਟਾਈਮ ਦੇ ਉੱਪਰ ਸਿਰਫ ਇੱਕੋ ਹੀ ਯੂਜ਼ਰ ਐਗਜ਼ੀਕਿਊਟ ਆਪਦੀ ਕਰਵਾ ਸਕਦਾ ਗਾ ਜੋਬ ਨੂੰ ਮਤਲਬ ਮੋਰ ਦੈਨ ਵਨ ਨਹੀਂ ਹੋ ਸਕਦਾ ਹੈਗਾ। ਤਾਂ ਇੱਕ ਹੁੰਦੀ ਆ ਰੈਡੀ ਸਟੇਟ ਵਿੱਚ ਕੀ ਹੁੰਦਾ ਕਿ ਯੂਜ਼ਰਸ ਪ੍ਰੋਗਰਾਮਸ ਇਜ਼ ਰੈਡੀ ਟੂ ਐਗਜ਼ੀਕਿਊਟ ਹੋਣ ਲਈ ਰੈਡੀ ਆ ਬਟ ਉਹ ਵੇਟਿੰਗ ਦੇ ਵਿੱਚ ਆ ਵੇਟ ਕਰ ਰਿਹਾ ਗਾ ਤਾਂ ਜੋ ਉਹਨੂੰ ਮਤਲਬ CPU ਦਾ ਟਾਈਮ ਮਿਲ ਸਕੇ ਕਿਉਂਕਿ ਉਸ ਟਾਈਮ ਉਹ ਜਿਹੜਾ CPU ਆ ਉਹ ਕਿਸੇ ਹੋਰ ਨੂੰ ਐਲੋਕੇਟ ਕੀਤਾ ਹੋਇਆ ਹੁੰਦਾ ਗਾ ਇਸ ਕਰਕੇ ਉਹ ਵੇਟਿੰਗ 'ਚ ਹੁੰਦਾ ਗਾ। ਬਲੌਕਡ ਇੱਕ ਹੁੰਦੀ ਸਟੇਟ ਬਲੌਕ ਦਾ ਯੂਜ਼ਰ ਪ੍ਰੋਗਰਾਮ ਇਜ਼ ਵੇਟਿੰਗ ਫॉर ਸਮ ਇਨਪੁਟ ਆਊਟਪੁੱਟ ਆਪਰੇਸ਼ਨ ਜਦੋਂ ਯੂਜ਼ਰਸ ਦਾ ਪ੍ਰੋਗਰਾਮ ਜਾਂ ਯੂਜ਼ਰ ਦਾ ਜਿਹੜੀ ਜੋਬ ਆ ਉਹ ਇਨਪੁਟ ਆਊਟਪੁੱਟ ਆਪਰੇਸ਼ਨ ਦੇ ਲਈ ਵੇਟ ਕਰ ਰਹੀ ਆ। ਮੋਰ ਦੈਨ ਵਨ ਯੂਜ਼ਰ ਕੈਨ ਵੀ ਇਨ ਵੇਟ ਸਟੇਟ ਐਟ ਏ ਟਾਈਮ, ਇਹਦੇ ਵਿੱਚ ਇੱਕ ਤੋਂ ਜ਼ਿਆਦਾ ਯੂਜ਼ਰਸ ਵੇਟਿੰਗ ਸਟੇਟ ਦੇ ਵਿੱਚ ਜਾ ਸਕਦੇ ਆ। ਅੱਗੇ ਰਿਕੁਆਇਰਮੈਂਟ ਕੀ ਆ ਟਾਈਮ ਸ਼ੇਅਰਿੰਗ ਸਿਸਟਮ ਦੇ ਵਿੱਚ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਮਤਲਬ ਫੋਲੋਇੰਗ ਹਾਰਡਵੇਅਰ ਐਂਡ ਸੌਫਟਵੇਅਰ ਫੀਚਰਸ ਹੋਣੇ ਚਾਹੀਦੇ ਇਹਦੇ ਵਿੱਚ। ਇਹ ਨੰਬਰ ਆਫ terminals simultaneously connected to the system so that multiple user can simultaneously use the system in an interactive mode। ਟਰਮੀਨਲਸ ਜ਼ਿਆਦਾ ਨੰਬਰ ਆਫ ਟਰਮੀਨਲਸ ਕਨੈਕਟਡ ਹੋਣੇ ਚਾਹੀਦੇ ਆ ਸਿਸਟਮ ਦੇ ਨਾਲ ਤਾਂ ਜੋ ਮਲਟੀਪਲ ਯੂਜ਼ਰਸ ਉਹਨਾਂ ਨੂੰ ਇੰਟਰੈਕਟਿਵ ਮੋਡ ਦੇ ਵਿੱਚ ਯੂਜ਼ ਕਰ ਸਕਣ। ਇਹ ਰਿਲੇਟਿਵਲੀ ਲਾਰਜ ਮੈਮਰੀ ਟੂ ਸਪੋਰਟ ਮਲਟੀ ਪ੍ਰੋਗਰਾਮਿੰਗ, ਇਹਦੇ ਵਿੱਚ ਟਾਈਮ ਸ਼ੇਅਰਿੰਗ ਦੇ ਵਿੱਚ ਹੀ ਮਲਟੀ ਪ੍ਰੋਗਰਾਮਿੰਗ ਦਾ ਕੰਸੈਪਟ ਆਉਂਦਾ ਕਿਉਂਕਿ ਮਲਟੀ ਪ੍ਰੋਗਰਾਮਸ ਹੋਣਗੇ ਤਾਂ ਹੀ ਅਸੀਂ ਟਾਈਮ ਉਹਨਾਂ ਨੂੰ ਸ਼ੇਅਰ ਕਰ ਸਕਦੇ ਹਾਂ ਟਾਈਮ ਦੇ ਸਕਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਲਾਰਜ ਮੈਮੋਰੀ ਉਹਦੇ ਵਾਸਤੇ ਉਹਦੀ ਰਿਕਾਰਡ ਰੱਖਣ ਦੇ ਲਈ ਲਾਰਜ ਮੈਮਰੀ ਦੀ ਲੋੜ ਹੁੰਦੀ ਹੈ। ਮੈਮਰੀ ਪ੍ਰੋਟੈਕਸ਼ਨ ਮੈਕੈਨਿਜ਼ਮ ਚਾਹੀਦਾ ਸਾਨੂੰ ਟੂ ਪ੍ਰੀਵੈਂਟ ਵਨ ਜੌਬਸ ਇੰਸਟਰਕਸ਼ਨਸ ਐਂਡ ਡਾਟਾ ਫਰੋਮ ਇੰਟਰਫੇਅਰਿੰਗ ਵਿਦ ਅਦਰ ਜੌਬਸ। ਮੈਮਰੀ ਪ੍ਰੋਟੈਕਸ਼ਨ ਮੈਕੈਨਿਜ਼ਮ ਚਾਹੀਦਾ ਤਾਂ ਜੋ ਆਪਸ ਦੇ ਵਿੱਚ ਡਾਟਾ ਦੀ ਇੰਟਰਫੇਅਰੈਂਸ ਜਿਹੜੀ ਜੌਬਸ ਨੇ ਉਹ ਆਪਸ ਦੇ ਵਿੱਚ ਇੰਟਰਫੇਅਰ ਕਰਨ ਤੋਂ ਉਹਨਾਂ ਨੂੰ ਰੋਕਿਆ ਜਾ ਸਕੇ। ਜੌਬ ਸਟੇਟਸ preservation mechanism to preserve a job's complete status information when CPU is taken away from it and restoring this information back before the CPU is given back to it again। ਤਾਂ ਜੌਬ ਦੇ ਸਟੇਟਸ ਨੂੰ ਰੱਖਣ ਦੇ ਲਈ ਇੱਕ ਮੈਕੈਨਿਜ਼ਮ ਤਾਂ ਹੀ ਚਾਹੀਦਾ ਤਾਂ ਜੋ ਪਤਾ ਚੱਲ ਸਕੇ ਕਿ ਜੌਬ ਕਦੋਂ ਕੰਪਲੀਟ ਹੋ ਰਹੀ ਆ ਕਦੋਂ ਉਹਦੇ ਤੋਂ CPU ਟਾਈਮ ਲਿਆ ਜਾ ਰਿਹਾ ਤੇ ਦੁਬਾਰਾ ਤੋਂ ਉਹਨੂੰ ਮਤਲਬ ਕਦੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ। ਤੇ ਇੱਕ ਨੈਕਸਟ ਵਾਲੀ ਜੋ ਰਿਕੁਆਇਰਮੈਂਟ ਇਹਦੇ ਵਿੱਚ ਹੁੰਦੀ ਆ ਉਹ ਹੈਗੀ CPU ਸ਼ਡਿਊਲਿੰਗ ਐਲਗੋਰਿਥਮ ਸਾਨੂੰ ਚਾਹੀਦਾ ਗਾ ਜਿਹੜਾ ਕਿ ਦੱਸਦਾ ਗਾ ਕਿ ਕਮ ਸੇ ਕਮ ਹਰੇਕ ਪ੍ਰੋਸੈਸ ਜਾਂ ਹਰੇਕ ਜੌਬ ਨੂੰ CPU ਦਾ ਟਾਈਮ ਐਲੋਕੇਟ ਕੀਤਾ ਜਾਣਾ ਜ਼ਰੂਰੀ ਆ ਹੋ ਸਕੇ ਉਸਨੂੰ। ਇੱਕ ਹੈ ਇਹਦੇ ਵਿੱਚ ਅਲਾਰਮ ਕਲੌਕ ਮੈਕੈਨਿਜ਼ਮ ਵੀ ਆਪਾਂ ਨੂੰ ਰਿਕੁਆਇਰ ਹੁੰਦਾ ਗਾ ਇਹਦਾ ਕੰਮ ਕੀ ਆ CPU ਨੂੰ ਇੰਟਰਪਟ ਕਰਨਾ ਇੰਟਰਪਟ ਸਿਗਨਲ ਸੈਂਡ ਕਰਨਾ ਤਾਂ ਜੋ ਮਤਲਬ ਹਰੇਕ ਟਾਈਮ ਸਲਾਈਸ ਤੋਂ ਬਾਅਦ ਕੀ ਟਾਈਮ ਸਲਾਈਸ ਜੋ ਗਿਵਨ ਦਿੱਤੀ ਹੋਈ ਸੀਗੀ ਕਿਸੇ ਜੌਬ ਨੂੰ ਤਾਂ ਟਾਈਮ ਸਲਾਈਸ ਮਤਲਬ ਕੰਪਲੀਟ ਹੋ ਚੁੱਕੀ ਹੈ ਤਾਂ ਉਹਨੂੰ ਇੰਟਰਪਟ ਕਰਨਾ ਉਹਨੂੰ ਸਿਗਨਲ ਭੇਜਣਾ ਕਿ ਉਸਦੀ ਟਾਈਮ ਸਲਾਈਸ ਜੋ ਗਿਵਨ ਦਿੱਤੀ ਹੋਈ ਸੀ ਉਹ ਕੀ ਹੈ ਐਕਸਪਾਇਰ ਹੋ ਚੁੱਕੀ ਆ। ਅੱਗੇ ਇਹਦੇ ਕੁਛ ਕੁ ਐਡਵਾਂਟੇਜਸ ਇਹਦੇ ਵੀ ਹੈ ਮਤਲਬ ਹਰੇਕ ਟਾਈਪ ਦੇ ਐਡਵਾਂਟੇਜਸ ਵੀ ਨੇ ਕੁਛ ਹੁੰਦੀਆਂ ਨੇ ਤੇ ਕੁਛ ਡਿਸਐਡਵਾਂਟੇਜਸ ਵੀ ਹੁੰਦੀਆਂ ਨੇ। ਐਡਵਾਂਟੇਜਸ ਕੀ ਨੇ ਇਹਦੀਆਂ ਰਿਡਿਊਸਸ CPU ਆਈਡੀਅਲ ਟਾਈਮ
टाइम शेयरिंग ਦੇ ਵਿੱਚ ਇੱਕ ਜਿਹੜਾ ਸਭ ਤੋਂ ਮੇਨ ਆ ਕਿ CPU ਫ੍ਰੀ ਨਹੀਂ ਰਹਿੰਦਾ ਹੈਗਾ, CPU ਦਾ ਟਾਈਮ ਪ੍ਰੋਪਰਲੀ ਯੂਟਿਲਾਈਜ਼ ਕਰਿਆ ਜਾਂਦਾ ਹੈ, ਕਿਉਂਕਿ ਬਹੁਤ ਸਾਰੇ ਟਾਸਕ, ਬਹੁਤ ਸਾਰੇ ਪ੍ਰੋਗਰਾਮਸ ਹੁੰਦੇ ਆ, ਜੌਬਸ ਹੁੰਦੀਆਂ ਨੇ ਜਿਹੜੀਆਂ ਕਿ ਟਾਈਮ ਹਰ ਇੱਕ ਵਕਤ ਮਤਲਬ CPU ਟਾਈਮ ਐਲੋਕੇਟ ਕਰਦੀਆਂ ਰਹਿੰਦੀਆਂ ਨੇ, CPU ਨੂੰ ਫ੍ਰੀ ਨਹੀਂ ਰਹਿਣ ਦਿੰਦੀਆਂ, ਯੂਟਿਲਾਈਜ਼ ਕਰਦੀਆਂ ਰਹਿੰਦੀਆਂ ਨੇ ਉਸਦਾ ਟਾਈਮ। Time sharing reduces ideal time of CPU and increase the utilizations of CPU by switching from one program to another in rapid succession. Provides advantages of quick response time. The special CPU scheduling algorithm used in time sharing system ensures quick response time to all users ਜਿਹੜੇ ਕਿ ਜਿਨ੍ਹਾਂ ਨੂੰ ਟਾਈਮ ਸਲਾਈਸ ਦਿੱਤੀ ਜਾਂਦੀ ਆ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਰਿਸਪੌਂਸ ਦੇਣਾ ਵੀ ਮਤਲਬ ਇਹਦੀ ਇੱਕ ਐਡਵਾਂਟੇਜਸ ਆ, ਕਿਕਲੀ ਉਹਨੂੰ ਰਿਸਪੌਂਸ ਦਿੱਤਾ ਜਾਂਦਾ, ਉਹਨਾਂ ਨੂੰ ਆਊਟਪੁੱਟ ਜਨਰੇਟ ਕਰਕੇ ਦਿੱਤੀ ਜਾਂਦੀ ਆ। ਅਗਲੀ ਜੋ ਟਾਈਪ ਹੈਗੀ ਆ ਉਹ ਹੈਗੀ ਡਿਸਟਰੀਬਿਊਟਡ ਸਿਸਟਮ। ਡਿਸਟਰੀਬਿਊਟਡ ਸਿਸਟਮ ਦੇ ਵਿੱਚ ਕੀ ਹੁੰਦਾ, ਬਹੁਤ ਸਾਰੇ ਪ੍ਰੋਸੈਸਰਸ ਹੋਣਗੇ ਬਟ ਜੀਓਗ੍ਰਾਫਿਕਲ ਫਿਜ਼ੀਕਲ ਲੋਕੇਸ਼ਨ ਦੇ ਵਿੱਚ ਉਹ ਲੋਕੇਟ ਹੋਣਗੇ। A distributed system is a collection of processors located in geographical dispersed physical locations. In this system, the workload is distributed. ਜਿਹੜਾ workload ਹੁੰਦਾ ਉਹਨਾਂ ਨੂੰ ਆਪਸ ਦੇ ਵਿੱਚ processor 'ਚ divide ਕਰ ਦਿੱਤਾ ਜਾਂਦਾ ਹੈ workload ਨੂੰ, or divided between two or more computers ਦੇ ਵਿੱਚ divide ਕਰ ਦਿੱਤਾ ਜਾਂਦਾ। data are linked together by a communication network ਦੁਆਰਾ ਜਿਹੜੇ ਕਿ ਆਪਸ ਦੇ ਵਿੱਚ connect ਹੋਣਗੇ। that is the different processors communicate using communication links such as telephone lines or and buses। ਆਪਸ ਦੇ ਵਿੱਚ communicate ਕਰਨਗੇ ਉਹ ਕਿਸੇ ਲਿੰਕ ਦੁਆਰਾ, ਚਾਹੇ ਉਹ ਲਿੰਕ ਟੈਲੀਫੋਨ ਲਾਈਨਸ ਹੋ ਸਕਦੀਆਂ ਨੇ ਜਾਂ ਫਿਰ ਬੱਸਸ ਵੀ ਹੋ ਸਕਦੀਆਂ ਨੇ ਜੋ ਡਾਟਾ ਨੂੰ ਮਤਲਬ ਕਿ ਸ਼ੇਅਰ ਕਰਦੀਆਂ ਨੇ ਆਪਸ ਦੇ ਵਿੱਚ। The various processors do not share memory, clock and peripheral devices. Instead, each processor has its own local memory. ਇਹਦੇ ਵਿੱਚ ਇੱਕ ਚੀਜ਼ ਹੈ ਕਿ ਆਪਸ ਦੇ ਵਿੱਚ ਕੋਈ ਮੈਮਰੀ, ਕਲੌਕ, ਪੈਰੀਫਰਲ ਡਿਵਾਈਸਿਸ ਸ਼ੇਅਰ ਨਹੀਂ ਕਰਦੇ, ਕਿਉਂਕਿ ਹਰੇਕ ਪ੍ਰੋਸੈਸਰ ਦੀ ਆਪਣੀ ਇੱਕ ਮੈਮਰੀ ਹੋਏਗੀ, ਆਪਣਾ ਕਲੌਕ ਹੋਏਗਾ, ਆਪਣੇ ਹੀ ਪੈਰੀਫਰਲ ਡਿਵਾਈਸਿਸ ਹੋਣਗੇ। ਪ੍ਰੋਸੈਸਰ ਇਨ ਏ ਡਿਸਟਰੀਬਿਊਟਡ ਸਿਸਟਮ ਵੇਰੀ ਇਨ ਸਾਈਜ਼ ਐਂਡ ਫੰਕਸ਼ਨ। ਵੇਰੀ ਮਤਲਬ ਸਾਈਜ਼ ਦੇ ਵਿੱਚ ਤੇ ਫੰਕਸ਼ਨ ਦੇ ਵਿੱਚ ਵੇਰੀ ਨੇ, ਡਿਫਰੈਂਟ ਨੇ, ਡਿਫਰੈਂਟ ਦੇ ਸਾਈਜ਼ ਦੇ ਵਿੱਚ ਵੀ ਕਈ ਡਿਸਟਰੀਬਿਊਟਡ ਸਿਸਟਮ ਸਾਈਜ਼ ਵੱਡੇ ਹੋ ਸਕਦੇ, ਕਈ ਛੋਟੇ ਹੋ ਸਕਦੇ, ਕਈਆਂ ਦੇ ਫੰਕਸ਼ਨ ਘੱਟ ਹੋਣੇ, ਕਈਆਂ ਦੇ ਫੰਕਸ਼ਨ ਜ਼ਿਆਦਾ ਹੋ ਸਕਦੇ ਆ। They may include small microprocessors। ਇਹਦੇ ਵਿੱਚ ਇਹਨਾਂ ਵਿੱਚ small microprocessor ਵੀ ਆ ਜਾਂਦੇ ਆ। workstations, microcomputers, mainframe computer, large general purpose computer ਵੀ ਅਸੀਂ ਇਹਦੇ ਵਿੱਚ ਰੱਖ ਸਕਦੇ ਹਾਂ ਇਸ ਟਾਈਪ ਦੇ ਵਿੱਚ। The various processors are called as sites, nodes, hosts and machines। ਜਿਹੜੇ processors ਨੇ different ਉਹਨਾਂ ਨੂੰ ਅਸੀਂ site ਕਹਿ ਸਕਦੇ ਹਾਂ, ਇਹਦੇ ਵਿੱਚ node ਕਹਿ ਸਕਦੇ ਹਾਂ, hosts ਕਹਿ ਸਕਦੇ ਹਾਂ, ਫਿਰ machine ਵੀ ਕਹਿ ਸਕਦੇ ਹਾਂ। Some examples of distributed operating systems are Amoeba, Angle, Chorus, Mac, Alpha kernel। different ਇਹਦੇ types ਨੇ distributed operating system ਦੇ। models of distributed operating system ਕਿਹੜੇ ਦੋ ਮਾਡਲਸ ਦੇ ਉੱਪਰ ਬੇਸਡ ਆ ਇਹ, ਇੱਕ ਹੈ ਕਲਾਇੰਟ ਸਰਵਰ, ਇੱਕ ਹੈ ਪੀਅਰ ਟੂ ਪੀਅਰ ਮਾਡਲ। ਕਲਾਇੰਟ ਸਰਵਰ ਦੇ ਵਿੱਚ ਕੀ ਹੁੰਦਾ, ਇੱਕ ਕਲਾਇੰਟ ਹੋਏਗਾ, ਇਹਦਾ ਮਤਲਬ ਇੱਕ ਮੇਨ ਸਰਵਰ ਹੋਏਗਾ, ਉਹਦੇ ਨਾਲ ਕੀ ਹੋਣਗੇ ਬਾਕੀ ਸਾਰੇ ਉਹ PCs ਕੰਪਿਊਟਰ ਹੋਣਗੇ, ਉਹ ਅਟੈਚ ਹੋਣਗੇ ਜਿਨ੍ਹਾਂ ਨੂੰ ਅਸੀਂ ਕਲਾਇੰਟਸ ਬੋਲਦੇ ਹਾਂ। in client server model, client send a resource request to the server and server in turn provide the requested resources as the response back to the client। ਜਿਵੇਂ ਕਿ ਇੱਕ ਸਰਵਰ ਹੋਏਗਾ, ਬਾਕੀ ਜਿਵੇਂ ਫੋਰ ਐਗਜ਼ਾਮਪਲ ਇੱਥੇ ਸਰਵਰ ਆ, ਬਾਕੀ 3 PC ਨੇ, ਇਹਨਾਂ ਨੂੰ ਅਸੀਂ ਕਲਾਇੰਟਸ ਕਹਿੰਦੇ। ਕਲਾਇੰਟਸ ਕੀ ਕਰਦੇ, ਇਹਨੂੰ ਮਤਲਬ ਇੱਕ ਰਿਕੁਐਸਟ ਮਤਲਬ ਸੈਂਡ ਕਰਨਗੇ ਕਿਸੇ ਰਿਸੋਰਸਿਸ ਦੇ ਲਈ, ਇਹ ਸਰਵਰ ਉਹਨਾਂ ਦੀ ਰਿਕੁਐਸਟ ਫੁਲਫਿਲ ਕਰੇਗਾ ਅਤੇ ਉਹਨਾਂ ਨੂੰ ਰਿਸੋਰਸਿਸ ਪ੍ਰੋਵਾਈਡ ਕਰੇਗਾ। ਪੀਅਰ ਟੂ ਪੀਅਰ ਮਾਡਲ ਦੇ ਵਿੱਚ ਕੀ ਹੁੰਦੇ, ਆਲ ਕੰਪਿਊਟਰ ਬਿਹੇਵ ਐਸ ਕਲਾਇੰਟ। ਸਾਰੇ ਕੰਪਿਊਟਰ ਹੀ ਸੇਮ ਲੈਵਲ ਦੇ ਹੁੰਦੇ ਆ, ਸਾਰੇ ਹੀ ਕਲਾਇੰਟਸ ਦੀ ਤਰ੍ਹਾਂ ਬਿਹੇਵ ਕਰਦੇ ਆ, ਆਪਸ ਦੇ ਵਿੱਚ ਉਹ ਕਮਿਊਨੀਕੇਟ ਕਰਦੇ ਆ ਵਿਦ ਈਚ ਅਦਰ ਫॉर ਐਕਸਚੇਂਜ ਆਫ, ਆਪਸ ਦੇ ਵਿੱਚ ਹੀ ਉਹ ਰਿਸੋਰਸਿਸ ਦੀ ਸ਼ੇਅਰਿੰਗ ਕਰਦੇ ਆ। ਅੱਗੇ ਹੈ ਐਡਵਾਂਟੇਜਸ, ਇਹਦੀਆਂ ਕੀ ਨੇ ਐਡਵਾਂਟੇਜਸ, ਇੱਕ ਤਾਂ 'ਚ ਰਿਸੋਰਸ ਸ਼ੇਅਰਿੰਗ ਹੁੰਦੀ ਆ, ਜਿੰਨੇ ਜ਼ਿਆਦਾ
ਜਿਹੜੇ different sites ਨੇ ਜਾਂ ਉਸ nodes ਵੀ ਕਹਿੰਦੇ ਆ ਆਪਸ 'ਚ connect ਹੁੰਦੀਆਂ ਨੇ one another and then user at one site may be able to use the resources available at another site ਇੱਕ site ਦਾ ਜਿਹੜਾ user ਆ ਉਹ ਦੂਸਰੇ site ਤੇ user ਦੇ ਜਿਹੜੇ resources ਨੇ ਉਹਨਾਂ ਨੂੰ use ਕਰ ਸਕਦਾ computational speed up speed up ਦੇ ਵਿੱਚ ਕੀ ਹੈ distributed system allows us to divide a computational work into sub computations and distribute it among the various sites ਇਹਦੇ ਵਿੱਚ ਜਿਹੜਾ workload ਡਿਸਟ੍ਰੀਬਿਊਟ ਹੋ ਜਾਂਦਾ ਜਿਹਦੇ ਕਰਕੇ ਕੀ ਹੁੰਦੀ ਸਪੀਡ ਜ਼ਿਆਦਾ ਹੋ ਜਾਂਦੀ ਆ ਜੋ ਸਾਡੇ ਟਾਸਕ ਪਰਫੋਰਮ ਕਰਨੇ ਹੁੰਦੇ ਆ ਉਹਨਾਂ ਨੂੰ ਕੀ ਘੱਟ ਟਾਈਮ ਦੇ ਵਿੱਚ ਪਰਫੋਰਮ ਕਰਕੇ ਸਾਨੂੰ ਦਿੱਤਾ ਜਾਂਦਾ ਜਿਹਦੇ ਕਰਕੇ ਸਪੀਡ ਜ਼ਿਆਦਾ ਹੋ ਜਾਂਦੀ ਇਨਕਰੀਜ਼ ਹੁੰਦੀ ਹੈ ਲੋਡ ਸ਼ੇਅਰਿੰਗ ਲੋਡ ਜਿਹੜਾ ਹੁੰਦਾ ਵਰਕ ਲੋਡ ਉਹ ਆਪਸ ਦੇ ਵਿੱਚ ਸ਼ੇਅਰ ਕੀਤਾ ਜਾ ਸਕਦਾ ਹੈ ਡਿਸਟ੍ਰੀਬਿਊਟਰ ਦੇ ਵਿੱਚ ਤਾਂ ਜਿਹੜੇ ਜੌਬਸ ਆ ਕੈਨ ਬੀ ਮੂਵਡ ਫਰੋਮ ਵਨ ਸਾਈਡ ਟੂ ਅਨਦਰ ਮਤਲਬ ਜੌਬ ਲੋਡ ਨੂੰ ਸ਼ੇਅਰ ਕੀਤਾ ਜਾ ਸਕਦਾ ਵਰਕ ਲੋਡ ਨੂੰ ਰਿਲਾਏਬਲ ਆ ਇਫ ਵਨ ਸਾਈਟ ਇਜ਼ ਫੇਲ ਇਫ ਵਨ ਸਾਈਟ ਮਤਲਬ ਜੇ ਕੋਈ ਨੋਡ ਜਾਂ ਕੋਈ ਪੀਸੀ ਕੰਪਿਊਟਰ ਜਿਹਨੂੰ ਅਸੀਂ ਕਲਾਇੰਟ ਕਹਿੰਦੇ ਆ ਉਹ ਫੇਲ ਹੋ ਜਾਂਦਾ ਗਾ ਦੈਨ ਦਾ ਰਿਮੇਨਿੰਗ ਸਾਈਟਸ ਕੈਨ ਕੰਟੀਨਿਊ ਆਪਰੇਟਿੰਗ ਗਿਵਿੰਗ ਦਾ ਸਿਸਟਮ ਬੈਟਰ ਰਿਲਾਏਬਲ ਬਾਕੀ ਸਾਈਟਸ ਉਵੇਂ ਹੀ ਕੰਮ ਕਰਦੀਆਂ ਰਹਿੰਦੀਆਂ ਨੇ ਕੰਟੀਨਿਊ ਰਹਿੰਦੀਆਂ ਨੇ communication when several sites are connected to one another via communication network user at different sites can exchange information ਇਹਦੇ ਵਿੱਚ users ਆਪਸ ਦੇ ਵਿੱਚ information share ਕਰ ਸਕਦੇ ਨੇ ਅੱਗੇ ਹੈ ਰੀਅਲ ਟਾਈਮ ਸਿਸਟਮ ਰੀਅਲ ਟਾਈਮ ਸਿਸਟਮ ਦੇ ਵਿੱਚ ਕੀ ਹੁੰਦਾ ਇਨ ਰੀਅਲ ਟਾਈਮ ਆਪਰੇਟਿੰਗ ਸਿਸਟਮ a job is to be completed within the rigid time constraints otherwise job losses its meaning ਜਿਹੜੀ ਜੌਬ ਦਿੱਤੀ ਹੁੰਦੀ ਜਿਸ ਟਾਈਮ ਦੇ ਵਿੱਚ ਅਸੀਂ ਕੰਪਲੀਟ ਕਰਵਾਉਣੀ ਹੁੰਦੀ ਆ ਉਸੇ ਟਾਈਮ ਦੇ ਵਿੱਚ ਹੀ ਸਾਨੂੰ ਉਸੇ ਟਾਈਮ ਦੇ ਵਿੱਚ ਹੀ ਸਾਨੂੰ ਕੰਪਲੀਟ ਹੋ ਕੇ ਸਾਨੂੰ ਆਊਟਪੁੱਟ ਜਨਰੇਟ ਕਰਕੇ ਦਿੰਦੀ ਹੈ ਅਦਰਵਾਈਜ਼ ਜੌਬ ਲਾਸ ਕਰ ਜਾਂਦੀ ਹੈ ਆਪਣਾ ਮਤਲਬ ਜਦੋਂ ਮੀਨਿੰਗ ਆ ਜਦੋਂ ਅਰਥ ਆ ਉਹ ਕੀ ਇਹਦੇ ਲਾਸ ਹੋ ਜਾਣਗੇ ਜੇ ਉਹ ਟਾਈਮ ਦੇ ਵਿੱਚ ਕੰਪਲੀਟ ਨਹੀਂ ਹੁੰਦੀ ਹੈਗੀ ਰੀਅਲ ਟਾਈਮ ਸਿਸਟਮ ਫੰਕਸ਼ਨਸ Thus, in a real-time system, the correctness of the computational not only depend upon the logical correctness of the computational, but also upon the time at which the result is produced. ਇਹਦੇ ਵਿੱਚ ਸਿਰਫ correctness ਸਿਰਫ ਤੇ ਸਿਰਫ logical correctness ਦੇ ਉੱਪਰ ਹੀ depend ਨਹੀਂ ਕਰਦੀ ਹੈ ਬਲਕਿ time ਦੇ ਉੱਪਰ ਵੀ ਕਰਦੀ ਕਿ ਉਸ time ਦੇ ਵਿੱਚ ਉਹ produce ਹੋ ਕੇ ਸਾਨੂੰ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈਗੀ। Thus, a real time is one that must react to inputs and respond to them quickly ਮਤਲਬ inputs ਲੈਣ ਤੋਂ ਬਾਅਦ quickly ਹੀ response ਦਿੰਦੀ ਆ real time system ਦੇ ਵਿੱਚ ਜੋ output ਆ quickly ਸਾਡੇ ਕੋਲ ਆ ਜਾਂਦੀ ਹੈ it cannot afford to be late within response to an event ਇਹਦੇ ਵਿੱਚ ਸਾਨੂੰ ਕੋਈ ਵੀ late result ਆਉਣ ਸਾਡੇ ਕੋਲ ਕੋਈ ਵੀ ਸੰਭਾਵਨਾ ਨਹੀਂ ਹੁੰਦੀ ਹੈਗੀ real time systems the various function like process scheduling memory management input output management file management are performed as follows process scheduling ਕੀਤੀ ਜਾਂਦੀ ਆ processes ਦੀ scheduling ਦੇ base ਦੇ ਉੱਪਰ ਉਹਨਾਂ ਨੂੰ perform ਕੀਤਾ ਜਾਂਦਾ real time system uses priority based preemptive scheduling priority based ਮਤਲਬ ਜੋ ਜਿਹਦੀ ਸਭ ਤੋਂ ਜ਼ਿਆਦਾ job ਦੀ priority ਹੋਊਗੀ process ਦੀ ਉਹਨੂੰ ਸਭ ਤੋਂ ਪਹਿਲਾਂ ਉਹ process ਕੀਤਾ ਜਾਂਦਾ ਬਾਕੀਆਂ ਨੂੰ ਉਹਨਾਂ ਦੀ priority ਦੇ base ਦੇ ਉੱਪਰ execute ਕਰਵਾਇਆ ਜਾਂਦਾ ਗਾ memory management in real time system process remain in primary memory for most of the time in order to provide quick response ਜ਼ਿਆਦਾਤਰ ਮਤਲਬ processes main memory ਵਿੱਚ ਹੀ ਰਹਿੰਦੀਆਂ ਨੇ ਤਾਂ ਜੋ quickly ਆਪਦਾ result ਦੇ ਸਕਣ input output devices management device time critical device management is main requirement of the real time system it also uses features like interrupt management and input output buffering भी use करदियां ने file management in real time system file management does not aim at efficient utilization of secondary storage rather than main objective is to provide fast access file management ਦੇ ਵਿੱਚ ਮਤਲਬ ਇਹਨਾਂ ਦਾ ਮੇਨ ਇਹ ਏਮ ਨਹੀਂ ਹੈ ਕਿ ਅਸੀਂ ਕਿਵੇਂ ਯੂਟਿਲਾਈਜ਼ ਕਰਨਾਗਾ secondary storage ਨੂੰ ਮੇਨ ਜਿਹੜਾ ਮੋਟਿਵ ਇਹਨਾਂ ਦਾ ਇਹ ਹੈ ਕਿ ਅਸੀਂ ਫਾਸਟ ਐਕਸੈਸ ਕਿਵੇਂ ਕਰਵਾ ਸਕਦੇ ਕਿਸੇ ਮੈਮਰੀ ਦਾ ਤੇ ਫਾਸਟ ਰਿਜ਼ਲਟ ਕਿਵੇਂ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ ਫਾਸਟਲੀ ਰੀਅਲ ਟਾਈਮ ਆਪਰੇਟਿੰਗ ਸਿਸਟਮ ਵੀ ਅੱਗੇ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਹੁੰਦੇ ਆ ਹਾਰਡ ਰੀਅਲ ਟਾਈਮ ਸਿਸਟਮ ਐਂਡ ਸੌਫਟ ਰੀਅਲ ਟਾਈਮ ਸਿਸਟਮਸ